ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ। ਅੱਜ ਦਾ ਸ਼ੋਅ ਬਹੁਤ ਇੰਪੋਰਟੈਂਟ ਹੈ। ਅੱਜ ਦੇ ਸ਼ੋਅ ਦੇ ਵਿੱਚ SOP ਨੂੰ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ SOP ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਬਹੁਤ ਡਿਸਕਸ ਹੋ ਰਿਹਾ। ਇਹ ਵੀ ਮੰਨਿਆ ਜਾ ਰਿਹਾ ਕਿ ਰਿਫਿਊਜ਼ਲਸ ਦੇ ਵਿੱਚ ਇੱਕ ਵੱਡਾ ਯੋਗਦਾਨ SOP ਦੇ ਵੀਕ ਹੋਣ ਦਾ ਵੀ ਰਿਹਾ ਵਾ। ਸੋ ਸਮਝਣ ਦੀ ਕੋਸ਼ਿਸ਼ ਕਰਾਂਗੇ SOP ਹੁੰਦਾ ਕੀ ਹੈ, ਇੰਨਾ ਜ਼ਿਆਦਾ ਇੰਪੋਰਟੈਂਟ ਕਿਉਂ ਹੁੰਦਾ ਤੇ SOP ਨੂੰ ਇਫੈਕਟਿਵ ਕਿਵੇਂ ਬਣਾਇਆ ਜਾ ਸਕਦਾ। ਇਸ ਤੋਂ ਇਲਾਵਾ ਇਹ ਵੀ ਜਾਣਾਂਗੇ SOP 'ਚ ਵੱਡੀਆਂ ਗਲਤੀਆਂ ਕਿਹੜੀਆਂ ਹੁੰਦੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ, ਜੋ ਕਿ ਖੁਦ ਵੀ SOP ਦੇ ਐਕਸਪਰਟ ਨੇ। ਸਵਾਗਤ ਹੈ। ਥੈਂਕ ਯੂ ਜੀ। ਜਗਪ੍ਰੀਤ ਜੀ, SOP ਸਭ ਤੋਂ ਪਹਿਲਾਂ ਕਿੰਨਾ ਕੁ ਇੰਪੋਰਟੈਂਟ ਹੈ? ਪਿੱਛੇ ਜਿਹੜੀਆਂ ਰਿਫਿਊਜ਼ਲਾਂ ਆਈਆਂ, ਕਰੰਟ ਸਿਚੁਏਸ਼ਨ ਦਾ ਪਹਿਲਾਂ ਖੁਲਾਸਾ ਕਰ ਦਿਓ ਕਿ ਉਹਦੇ 'ਚ ਕੁਝ ਮੇਜਰ ਰੋਲ ਰਿਹਾ SOP ਦਾ। ਹਾਂ, ਬਿਲਕੁਲ ਰਿਹਾ ਜੀ ਦੀਪਕ ਜੀ। ਜੋ ਵੀ ਪ੍ਰੈਜ਼ੈਂਟਲੀ ਜੁਲਾਈ ਮੰਥ ਤੋਂ ਜਦੋਂ ਕੈਨੇਡਾ ਨੇ ਰਿਜ਼ਲਟ ਸ਼ੂਟ ਆਊਟ ਕਰਨੇ ਸਟਾਰਟ ਕੀਤੇ, ਬਹੁਤ ਹਿਊਜ ਅਮਾਉਂਟ ਦੇ ਵਿੱਚ ਰਿਜ਼ਲਟਸ ਆਊਟ ਕੀਤੇ, ਤਾਂ ਉਹਦੇ ਵਿੱਚ ਜਿਹੜਾ ਇਨੀਸ਼ੀਅਲ ਫੇਜ਼ ਜਿਹਦੇ ਵਿੱਚ ਆਪਾਂ ਨਾਰਮਲੀ ਕੈਂਡੀਡੇਟਸ ਨੇ ਵੀ ਗੱਲ ਕੀਤੀ ਕਿ ਰਿਜੈਕਸ਼ਨਸ ਬਹੁਤ ਜ਼ਿਆਦਾ ਸੀਗੀਆਂ। ਸੋ ਉਸ ਪਾਰਟ ਆਫ ਵਿਊ ਦੇ ਵਿੱਚ ਅਗਰ ਦੇਖੀਏ ਤਾਂ SOP ਬਹੁਤ ਜ਼ਿਆਦਾਤਰ ਇੱਕ ਆਪਣਾ ਸਿਗਨੀਫਿਕੈਂਟ ਰੋਲ ਪਲੇ ਕਰਕੇ ਗਈ ਹੈ। ਜਿਨ੍ਹਾਂ ਸਟੂਡੈਂਟਸ ਨੇ ਇੱਕ ਐਪਰੋਪਰੀਏਟ SOP ਨਹੀਂ ਅਟੈਚ ਕੀਤੀ ਜਾਂ SOP ਮਿਸ ਕਰ ਦਿੱਤੀ, ਉਹ ਬਹੁਤ ਸਾਰੇ ਸਟੂਡੈਂਟ ਸੀ ਜਿਨ੍ਹਾਂ ਦਾ ਵੀਜ਼ਾ ਰਿਜੈਕਟ ਹੋਇਆ ਜੀ। ਸੋ SOP ਦੀ ਜੇ ਗੱਲ ਕਰੀਏ, ਮੇਜਰ ਕਿਹੜੀਆਂ ਗਲਤੀਆਂ ਤੁਸੀਂ ਆਬਜ਼ਰਵ ਕੀਤੀਆਂ ਜਿਹੜੀਆਂ SOP 'ਚ ਹੁੰਦੀਆਂ? ਉਸ ਤੋਂ ਬਾਅਦ ਇਹ ਵੀ ਜਾਣਾਂਗੇ ਤੇ ਤੁਹਾਡੇ ਤੋਂ ਕਿ ਇਫੈਕਟਿਵ SOP ਤੁਸੀਂ ਕਿਵੇਂ ਡਿਜ਼ਾਈਨ ਕਰਦੇ ਹੋ। ਬਿਲਕੁਲ ਦੀਪਕ ਜੀ, ਜਦੋਂ ਆਪਾਂ ਕਿਸੇ ਵੀ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰਦੇ ਆ, ਮੈਂ ਫਸਟ ਆਫ ਆਲ US ਦੇ ਬਾਰੇ ਗੱਲ ਕਰਨਾ ਚਾਹੂੰਗਾ, ਕਿਉਂਕਿ US ਜਿਹੜਾ ਇੱਕ ਇੰਟਰਵਿਊ ਬੇਸਡ ਵੀਜ਼ਾ ਹੈ। ਇਹਦੇ ਵਿੱਚ ਜਿਹੜਾ ਐਪਲੀਕੈਂਟ ਹੈ, ਜਿਹੜਾ ਸਟੂਡੈਂਟ ਆ, ਉਹ ਇਨ ਫਿਜ਼ੀਕਲ ਪ੍ਰੈਜ਼ੈਂਟ ਹੁੰਦਾ ਹੈ ਇਨ ਫਰੰਟ ਆਫ ਦਾ ਵੀਜ਼ਾ ਆਫਿਸਰ, ਜਿਹਦੇ ਵਿੱਚ ਉਹ ਆਪਣੀਆਂ ਇੰਟੈਂਸ਼ਨਸ ਟੂ ਸਟੱਡੀ ਇਨ US ਜਿਹੜਾ ਉਹ ਇੰਟਰਵਿਊ ਦੇ ਵਿੱਚ ਕਲੀਅਰਲੀ ਡਿਸਕ੍ਰਾਈਬ ਕਰਦੇ। ਹੁਣ ਜਦੋਂ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਇਹ ਇੱਕ ਫਾਈਲ ਬੇਸਡ ਐਪਲੀਕੇਸ਼ਨ ਪ੍ਰੋਸੈਸ ਹੈ, ਜਿਹਦੇ ਵਿੱਚ ਸਟੂਡੈਂਟ ਅਲੱਗ-ਅਲੱਗ ਡਾਕੂਮੈਂਟ ਜਿਹੜੇ ਨੇ, ਹੋ ਸਕਦਾ ਉਹਦੇ ਅਕੈਡਮਿਕਸ ਦੇ ਨਾਲ ਰਿਲੇਟਡ ਨੇ, ਉਸ ਤੋਂ ਬਾਅਦ ਉਹਦੇ ਫਾਈਨੈਂਸ਼ੀਅਲ ਕੰਡੀਸ਼ਨਸ ਦੇ ਨਾਲ ਹੈ, ਪ੍ਰਪੋਜ਼ਡ ਪ੍ਰੋਗਰਾਮ ਕਾਲਜ ਦੇ ਨਾਲ ਰਿਲੇਟਡ ਨੇ। ਸੋ ਇਹ ਡਾਕੂਮੈਂਟ ਬੇਸ ਦੇ ਉੱਤੇ ਜਿਹੜਾ ਉਹ ਵੀਜ਼ਾ ਦਿੱਤਾ ਜਾਂਦਾ, ਮਤਲਬ ਮੌਕੇ ਤੇ ਜਿਹੜਾ ਐਪਲੀਕੈਂਟ ਹੈ ਖੁਦ ਮੌਜੂਦ ਨਹੀਂ ਹੈਗਾ, ਡਾਕੂਮੈਂਟਸ ਬਹੁਤ ਸਾਰੇ ਨੇ ਤੇ ਡਿਫਰੈਂਟ ਸੀਕੁਐਂਸਿਸ ਦੇ ਵਿੱਚ, ਬਿਲਕੁਲ ਡਿਫਰੈਂਟ ਸੀਕੁਐਂਸ ਦੇ ਵਿੱਚ ਹੈ, ਆਰਡਰ ਦੇ ਵਿੱਚ ਨੇ। ਹੁਣ ਉਹਦੇ ਵਿੱਚ ਕੁਝ ਡਾਕੂਮੈਂਟ ਹੈ, ਹਰ ਇੱਕ ਡਾਕੂਮੈਂਟ ਦੀ ਆਪਣੀ ਇੱਕ ਸਿਗਨੀਫਿਕੈਂਟ ਵੈਲਿਊ ਹੈ। ਜਿਵੇਂ ਮੈਂ ਗੱਲ ਕਰਾਂ, ਤੁਸੀਂ ਪ੍ਰਪੋਜ਼ਡ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਕੋਲ LOA ਹੋਣਾ ਜ਼ਰੂਰੀ ਹੈ। ਲੈਟਰ ਆਫ ਅਸੈਪਟੈਂਸ ਤੋਂ ਬਿਨਾਂ ਤੁਹਾਡੀ ਐਪਲੀਕੇਸ਼ਨ ਇਨਕੰਪਲੀਟ ਹੈ। ਦੈਨ ਤੁਹਾਡੇ ਫਿਜ਼ੀਕਲ ਟੈਸਟ ਦੀ ਗੱਲ ਕਰਾਂ ਤਾਂ ਮੈਡੀਕਲ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਬਾਇਓਮੈਟ੍ਰਿਕਸ ਹੈ, ਪ੍ਰੀਵੀਅਸ ਮਾਰਕ ਸ਼ੀਟਸ ਨਾਲ ਅਟੈਚ ਹੋਣੀ ਹੈ ਜਿਹਦੇ ਬਿਹਾਫ ਤੇ ਤੁਸੀਂ ਅਪਲਾਈ ਕਰ ਰਹੇ ਹੋ। ਗੈਪ ਹੈ ਤਾਂ ਉਹਦੀਆਂ ਜਸਟੀਫਿਕੇਸ਼ਨ ਹੈ। ਹੁਣ ਇਹ ਹਰ ਇੱਕ ਡਾਕੂਮੈਂਟ ਦੀ ਆਪਣੀ ਇੱਕ ਸਿਗਨੀਫਿਕੈਂਟ ਵੈਲਿਊ ਹੈ ਔਰ ਇਹਦਾ ਇੱਕ ਆਰਡਰ ਹੈ। ਹੁਣ ਜੇ ਮੈਂ SOP ਨੂੰ ਕੰਸੀਡਰ ਕਰਾਂ ਤਾਂ ਇਹ ਹਾਈਐਸਟ ਆਰਡਰ ਦੇ ਵਿੱਚ ਹੁੰਦੀ ਹੈ। ਮੀਨਸ ਇਹ ਤੁਹਾਡੀ ਐਪਲੀਕੇਸ਼ਨ ਦੀ ਡਿਸਕ੍ਰਿਪਸ਼ਨ ਹੈ, ਮਤਲਬ ਫਾਈਲ ਸਭ ਤੋਂ ਉੱਤੇ ਲੱਗੀ ਹੋਣੀ, ਬਿਲਕੁਲ ਲੱਗੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਤਾਂ ਡਾਕੂਮੈਂਟ ਜਿਹੜੇ ਨੇ ਉਹ ਪ੍ਰੋਡਿਊਸਡ ਨੇ, LOA ਹੈ, ਮੈਡੀਕਲ ਹੈ, ਐਪਲੀਕੇਸ਼ਨ ਫਾਰਮਸ ਨੇ, ਫੈਮਿਲੀ ਇਨਫੋਰਮੇਸ਼ਨ ਹੈ, ਪ੍ਰੀਵੀਅਸ ਅਕੈਡਮਿਕਸ ਨੇ, IELTS PT ਦੇ ਸਕੋਰ ਕਾਰਡ ਨੇ। ਬਟ ਇਹਦੀ ਸਿਗਨੀਫਿਕੈਂਟ ਵੈਲਿਊ ਮੈਂ ਹਾਇਰ ਤਾਂ ਮੰਨਦਾ ਕਿਉਂਕਿ ਇਹ ਤੁਹਾਡੇ ਐਪਲੀਕੇਸ਼ਨ ਦੀ ਡਿਸਕ੍ਰਿਪਸ਼ਨ ਹੈ। ਜੇ ਮੈਂ ਤੁਹਾਨੂੰ ਜਾਣਨਾ ਚਾਹਾਂ ਕਿ SOP ਨੂੰ ਕੀ ਐ ਵੀ ਐਕਸਪਲੇਨ ਕੀਤਾ ਜਾ ਸਕਦਾ ਹੈ ਕਿ ਤੁਹਾਡੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਜਸਟੀਫਾਈ ਕਰਕੇ ਥੋੜਾ ਘੱਟ ਦਿਖਾਵੇ ਤੇ ਜਿਹੜੇ ਤੁਹਾਡੇ ਪਲੱਸ ਪੁਆਇੰਟ ਨੇ ਉਹਨਾਂ ਨੂੰ ਉਭਾਰੇ। SOP ਦਾ ਮੇਨ ਇਹ ਕੰਮ ਹੈ ਤੁਹਾਡੀ ਪੂਰੀ ਫਾਈਲ ਦੇ ਵਿੱਚ ਜੋ ਲੱਗੇ ਹੋਏ ਨੇ। ਬਿਲਕੁਲ ਦੀਪਕ ਜੀ, ਜਦੋਂ ਆਪਾਂ ਦੇਖਦੇ ਆ ਨਾ ਵੀ ਕਿਸੇ ਸਟੂਡੈਂਟ ਨੂੰ ਬੋਨਾਫਾਈਡ ਕੰਸੀਡਰ ਨਹੀਂ ਕੀਤਾ ਗਿਆ, ਉਹਦੀਆਂ ਕੋਈ ਵੀਕਨੈਸ ਨੂੰ ਲੈ ਕੇ ਹਾਈਲਾਈਟ ਕੀਤਾ ਗਿਆ ਕਿ ਤੁਸੀਂ ਇਹ ਪ੍ਰੋਗਰਾਮ ਨੂੰ ਕੰਪਲੀਟ ਨਹੀਂ ਕਰ ਪਾਓਗੇ। ਸੋ ਇਹ ਪ੍ਰੋਪਰ SOP ਦੇ ਵਿੱਚ ਇੱਕ ਕਨੈਕਟੀਵਿਟੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਪੋਜ਼ਿਟਿਵ ਐਸਪੈਕਟਸ ਨੂੰ ਕਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰ ਰਹੇ ਹੋ, ਉਹਦੇ ਨਾਲ ਨਾਲ ਜਿਹੜੇ ਵੀਕ ਐਸਪੈਕਟਸ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਸਟੀਫਾਈ ਕਰ ਰਹੇ ਹੋ। ਫੋਰ ਐਗਜ਼ਾਮਪਲ, ਕਿਸੇ ਦੀ ਡਿਸਕੰਟੀਨਿਊਟੀ ਜ਼ਿਆਦਾ ਹੈ ਤਾਂ ਉਹ ਗੈਪ ਈਅਰਸ ਨੂੰ ਕਿਸ ਤਰੀਕੇ ਨਾਲ ਜਸਟੀਫਾਈ ਕਰ ਰਿਹਾ। ਅਗਰ ਉਹਦੇ ਐਕੈਡੈਮਿਕਸ ਓਵਰਆਲ ਠੀਕ ਨੇ ਜਾਂ ਕਿਸੇ ਪ੍ਰੋਗਰਾਮ 'ਚ ਇੱਕ ਮੋਡਿਊਲ ਨੂੰ ਲੈ ਕੇ, ਸਬਜੈਕਟ ਨੂੰ ਲੈ ਕੇ ਵੀਕ ਹੈ, ਤਾਂ ਉਹਦੀ ਜਸਟੀਫਿਕੇਸ਼ਨ ਕਿੱਦਾਂ ਹੋਣੀ ਚਾਹੀਦੀ ਹੈ। ਇਹ ਬਹੁਤ ਇੰਪੋਰਟੈਂਟ ਪਾਰਟ ਨੇ। ਹੁਣ SOP ਹਰ ਇੱਕ ਸਟੂਡੈਂਟ ਵੀ ਲਿਖ ਲੈਂਦਾ, ਕੰਸਲਟੈਂਟ ਵੀ ਲਿਖ ਲੈਂਦਾ, ਉਹਦੇ ਵਿੱਚ ਕੰਟੈਂਟ ਵੀ ਪਤਾ ਹੈ ਸਾਰਿਆਂ ਨੂੰ ਕੀ ਪਾਉਣਾ ਹੈ, ਵੀ ਤੁਸੀਂ
ਤੁਸੀਂ ਕੈਨੇਡਾ ਕਿਉਂ ਜਾ ਰਹੇ ਹੋ, ਇਸ ਯੂਨੀਵਰਸਿਟੀ ਕਾਲਜ ਕਿਉਂ ਜਾ ਰਹੇ ਹੋ, ਪ੍ਰੋਗਰਾਮ ਕਿਉਂ ਲਿਆ, ਇਹਦੇ ਫਿਊਚਰ ਪ੍ਰੋਸਪੈਕਟ ਕੀ ਨੇ, ਤੁਹਾਡੀਆਂ ਅਕੈਡਮਿਕ ਅਚੀਵਮੈਂਟਸ ਕੀ ਹੈ, ਇਹ ਸਾਰਾ ਕੁਝ ਉਹਦੇ 'ਚ ਹੁੰਦਾ ਹੈ। ਪਰ ਮੈਂ ਵਿੱਚ ਦੀ ਸੌਰੀ ਤੁਹਾਨੂੰ ਟੋਕ ਰਿਹਾ, ਮੈਂ ਇੱਕ ਚੀਜ਼ ਜ਼ਰੂਰ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਮੋਟੀਆਂ-ਮੋਟੀਆਂ ਚੀਜ਼ਾਂ ਤਕਰੀਬਨ ਨੈਟ ਤੋਂ ਵੀ ਲੱਭ ਲੈਣਗੇ ਕਿ ਕੰਟੈਂਟ 'ਚ ਹੋਣਾ ਕੀ ਚਾਹੀਦਾ ਜੀ। ਬ੍ਰਿਲੀਅੰਟ ਸਟੂਡੈਂਟਸ ਨੂੰ ਛੱਡ ਦੋ, ਆਪਾਂ ਓਵਰਆਲ ਐਵਰੇਜ ਗੱਲ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਸਟੂਡੈਂਟ ਨੂੰ ਐਸਓਪੀ ਖੁਦ ਬਣਾ ਲੈਣਾ ਚਾਹੀਦਾ ਜਾਂ ਐਸਓਪੀ ਵਾਸਤੇ ਐਕਸਪੀਰੀਅੰਸਡ ਕੰਸਲਟੈਂਟ ਦੀ ਲੋੜ ਹੈਗੀ ਹੈ? ਦੇਖੋ ਜੀ, ਦੋਨੋਂ ਹੀ ਚੀਜ਼ਾਂ ਨੇ। ਸਟੂਡੈਂਟ ਖੁਦ ਵੀ ਬਣਾ ਸਕਦਾ ਹੈ ਕਿਉਂਕਿ ਉਹ ਆਪਣੇ ਅਕੈਡਮਿਕਸ ਇੰਟਰਸਟ ਦੇ ਬਾਰੇ ਉਹ ਸਭ ਤੋਂ ਜ਼ਿਆਦਾ ਜਾਣਕਾਰ ਉਹ ਖੁਦ ਹੈ। ਇਸ ਤੋਂ ਬਾਅਦ ਜਿਹੜੀ ਐਕਸਪਰਟ ਐਡਵਾਈਸ ਹੈ ਉਹਦੀ ਮੋਡੀਫਿਕੇਸ਼ਨ 'ਚ ਸਮਹਾਉ ਕਈ ਵਾਰੀ ਇੰਟਰਸਟ ਜਿਹੜਾ ਸਪੋਜ਼ ਮੈਂ ਕਿਸੇ ਦੀ ਐਸਓਪੀ ਲਿਖ ਰਿਹਾ ਤੇ ਮੈਂ ਉਹਦੇ ਇਨਸਾਈਟ ਨਹੀਂ ਚੈੱਕ ਕਰ ਸਕਦਾ ਕਿ ਸਟੂਡੈਂਟ ਇਨ ਐਕਚੁਅਲ 'ਚ ਇੰਟਰਸਟ ਕੀ ਹੈ। ਅਗਰ ਸਟੂਡੈਂਟ ਉੱਥੇ ਕੁਝ ਪੁਆਇੰਟਸ ਨੂੰ ਲੇ ਡਾਊਨ ਕਰ ਦਿੰਦਾ ਤਾਂ ਉਹਨੂੰ ਮੋਡੀਫਾਈ ਕਰਨਾ ਮੇਰੇ ਲਈ ਈਜ਼ੀ। I can better write up ਕਿ ਹੁਣ ਉਹਦੀ ਪ੍ਰੋਫੈਸ਼ਨਲ ਡਿਜ਼ਾਈਨਿੰਗ ਕੀ ਹੋਣੀ ਚਾਹੀਦੀ ਹੈ। ਬੇਸਿਕ ਡਿਜ਼ਾਈਨਿੰਗ ਸਟੂਡੈਂਟ ਬਣਾਵੇ, ਚਾਹੇ ਰਫ ਬਣਾਵੇ, ਉਸ ਤੋਂ ਬਾਅਦ ਐਕਸਪਰਟ ਉਹਨੂੰ ਵੈਰੀਫਾਈ ਕਰੇ, ਮੋਡੀਫਾਈ ਕਰੇ। ਬਿਲਕੁਲ ਜੀ, ਬੇਸਿਕ ਲੇ ਡਾਊਨ ਜਿਹੜਾ ਸਟੂਡੈਂਟ ਜ਼ਰੂਰ ਦੇਵੇ। ਉਸ ਤੋਂ ਬਾਅਦ ਉਹਦੀ ਜਿਹੜੀ ਪ੍ਰੋਫੈਸ਼ਨਲ ਡਿਜ਼ਾਈਨਿੰਗ ਹੈ, ਜਿਹੜੀ ਉਹਦੀ ਡਰਾਫਟਿੰਗ ਹੈ, ਉਹਦਾ ਕੰਸਲਟੈਂਟ ਜ਼ਰੂਰ ਕਰੇ ਬਿਕੋਜ਼ ਉਹ ਵੈਲ ਐਕਸਪੀਰੀਅੰਸਡ ਹੈ ਸਟੇਟ ਦੇ ਨਾਲ। ਉਹਨੂੰ ਪਤਾ ਹੈ ਕਿ ਇੰਸਟੀਟਿਊਸ਼ਨਸ ਵੱਲੋਂ ਜਾਂ ਐਮਬੈਸੀ ਵੱਲੋਂ ਕਿਹੜੀਆਂ ਚੀਜ਼ਾਂ ਡਿਮਾਂਡ ਕੀਤੀਆਂ ਜਾਂਦੀਆਂ। ਹੁਣ ਗਲਤੀ ਕਿੱਥੇ ਹੁੰਦੀ ਹੈ? ਕੰਟੈਂਟ ਸਾਰੇ ਪਾ ਦਿੰਦੇ ਨੇ, ਹਿਊਜ ਕੰਟੈਂਟ, ਡੈਂਸਲੀ ਕੰਟੈਂਟਡ ਵੀ ਯੂਨੀਵਰਸਿਟੀ ਆਪਣੀਆਂ ਜਿਹੜੀਆਂ ਐਸਓਪੀਜ਼ ਹੈ ਉਹ ਵੀ ਹੁੰਦੀਆਂ ਨੇ, ਬਟ ਉਹਦੀ ਕਨੈਕਟੀਵਿਟੀ ਕੀ ਹੈ? ਸਪੋਜ਼ ਇੱਕ ਡਾਕੂਮੈਂਟ ਹੈ, ਉਹ 4 ਪੇਜਸ ਦਾ ਡਾਕੂਮੈਂਟ ਹੈ, 3 ਪੇਜਸ ਦਾ ਡਾਕੂਮੈਂਟ ਹੈ। ਹੁਣ ਵੀਜ਼ਾ ਆਫਿਸਰ ਨੇ ਉਹਨੂੰ ਰੀਡ ਕਰਨਾ ਹੈ, ਉਹ ਬਹੁਤ ਡੈਂਸਲੀ ਕੰਟੈਂਟ ਦੇ ਨਾਲ ਭਰਿਆ ਹੋਇਆ ਹੈ। ਹੁਣ ਉਹਨੂੰ ਜਦੋਂ ਰੀਡ ਕਰਦਾ ਤਾਂ ਉਹਦਾ ਆਪ ਦਾ ਇੰਟਰਸਟ ਵੀ ਉਹਦੇ 'ਚ ਬਣਨਾ ਚਾਹੀਦਾ ਰੀਡ ਕਰਨ ਦੇ ਵਿੱਚ। ਉਹ ਕਿੱਦਾਂ ਬਣਦਾ? ਜਦੋਂ 1 ਸਟੇਜ ਤੋਂ 2nd ਸਟੇਜ ਦੀ ਕਨੈਕਟੀਵਿਟੀ ਜਿਹੜੀ ਆ ਉਹਦੇ ਵਿੱਚ ਹੈਗੀ ਹੈ। ਅਗਰ ਉਹ ਥਰੂ ਆਊਟ ਐਸਓਪੀ ਇਨੀਸ਼ੀਅਲ ਇੰਟਰੋਡਕਸ਼ਨ ਤੋਂ ਲੈ ਕੇ ਔਰ ਕਨਕਲੂਡਿੰਗ ਪਾਰਟ ਤੱਕ ਹਰ ਇੱਕ ਸਟੇਜ ਤੇ ਕਨੈਕਟਡ ਹੈ, ਸੋ ਦਾ ਵੀਜ਼ਾ ਆਫਿਸਰ ਕਮਸ ਟੂ ਬੀ ਕਿ ਪਹਿਲਾਂ ਅਕੈਡਮਿਕ ਅਚੀਵਮੈਂਟਸ ਕੀ ਨੇ, ਉਸ ਤੋਂ ਬਾਅਦ ਉਹਦਾ ਇੰਟਰਸਟ ਕੀ ਹੈ, ਇੰਟਰਸਟ ਤੋਂ ਬਾਅਦ ਪ੍ਰਪੋਜ਼ਡ ਪ੍ਰੋਗਰਾਮ ਕੀ ਹੈ ਜਿਹਦੇ ਵਿੱਚ ਉਹ ਜਾ ਰਿਹਾ, ਪ੍ਰਪੋਜ਼ਡ ਪ੍ਰੋਗਰਾਮ ਹੈ ਤੇ ਉਹਦਾ ਸਟਰਕਚਰ ਇਹਨੇ ਕਿੰਨਾ ਕੁ ਸਮਝਿਆ, ਸਮਝਣ ਤੋਂ ਬਾਅਦ ਉਹਦੇ ਕੀ ਪਰਸਪੈਕਟਿਵਸ ਨੂੰ ਲੈ ਕੇ, ਕੀ ਫਿਊਚਰ ਪਲਾਨਸ ਨੂੰ ਲੈ ਕੇ ਡਿਪਿਕਟ ਕਰ ਰਿਹਾ, ਸੋ ਤਾਂ ਕਿ ਉਹ ਇੱਕ ਇਨਫਰੈਂਸ ਤੱਕ ਪਹੁੰਚ ਸਕੇ ਜਿਹਨੂੰ ਉਹ ਜੈਨੂਅਨਲੀ ਡਿਸਕ੍ਰਾਈਬ ਕਰ ਸਕੇ ਕਿ ਸਟੂਡੈਂਟ ਦੀਆਂ ਇੰਟੈਂਸ਼ਨਸ ਜਿਹੜੀਆਂ ਨੇ ਉਹ ਬਿਲਕੁਲ ਜੈਨੂਅਨ ਜੀ। ਸੋ ਕਿਤੇ ਨਾ ਕਿਤੇ ਐਕਸਪਰਟ ਦੀ ਜ਼ਰੂਰਤ ਜ਼ਰੂਰ ਹੈਗੀ ਹੈ ਕਿਉਂਕਿ ਐਸਓਪੀ ਕਰਕੇ ਦੋਸਤੋ ਜੇ ਕੋਈ ਰਿਜੈਕਸ਼ਨ ਆਉਂਦੀ ਹੈ ਤਾਂ ਉਹ ਉਸ ਕੈਟੇਗਰੀ 'ਚ ਆਉਂਦੀ ਹੈ ਜਿਹਨੂੰ ਕਿ ਅਵੋਇਡ ਕੀਤਾ ਜਾ ਸਕਦਾ ਸੀਗਾ, ਤੇ ਜਿਹੜੇ ਅਵੋਇਡ ਕੀਤੇ ਜਾ ਸਕਦੇ ਸਰਕਮਸਟੈਂਸਿਸ ਹੈ ਉਹਦੇ ਤੇ ਸਟੂਡੈਂਟ ਨੂੰ ਮੈਂ ਕਹੂੰਗਾ ਬਿਲਕੁਲ ਵੀ ਚਾਂਸ ਨਹੀਂ ਲੈਣਾ ਚਾਹੀਦਾ। ਰੈਗੂਲਰ ਅਸੀਂ ਤੁਹਾਡੇ ਕੋਲ ਇਨਫੋਰਮੇਟਿਵ ਵੀਡੀਓਜ਼ ਲੈ ਕੇ ਪਹੁੰਚਦੇ ਰਹਿੰਦੇ ਹਾਂ, ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।